साढ़े सारे सेवा कर रहे हैं, डॉक्टर सेवा कर रहे हैं, पुलिस अधिकारी सेवा कर रहे हैं, सब मतलब आपो अपनी सेवा कर रहे हैं। तो सानू नौजवानों भी चाहिए भी असीं भी इस सेवा में हिस्सा पाइए। अजे तो इस तरह की कोई फैसिलिटी नहीं दी जा रही सर। अजे तो असीं सेवा ही कर रहे हैं, सिर्फ पंजाब पुलिस के नाल मुंडे नाल मुंडा जोड़ के सर। मतलब एक तो शौक सीगा भी चलो लोगों की सेवा करिए, ਤਾਂ करके चलो सरकार ने भी एक वधिया उपराला पेश किया भी। ਦੋਸਤੋ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜਿਵੇਂ ਸ਼ਨੀ ਤੇ ਐਤਵਾਰ ਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਜਿਹੜਾ ਲੋਕਡਾਊਨ ਦਾ ਐਲਾਨ ਕੀਤਾ ਗਿਆ ਹੈ। ਲੋਕਡਾਊਨ 5 ਤੋਂ ਬਾਅਦ ਜਿਹੜਾ ਅਨਲੌਕਡਾਊਨ 2 ਇਸ ਵੇਲੇ ਚੱਲ ਰਿਹਾ ਹੈ ਔਰ ਸ਼ਨੀ ਐਤਵਾਰ ਜਿਹੜੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਨਜ਼ਰ ਆਉਂਦੀਆਂ ਨੇ। ਅਸੀਂ ਇਸ ਵੇਲੇ ਸਰਹੱਦੀ ਤਹਿਸੀਲ ਅਜਨਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਮੇਨ ਚੌਂਕ 'ਚ ਖੜੇ ਹਾਂ, ਜਿੱਥੇ ਕਿ ਵੇਖਣ 'ਚ ਆ ਰਿਹਾ ਕਿ ਬਾਜ਼ਾਰ ਜਿਹੜਾ ਮੁਕੰਮਲ ਤੌਰ ਤੇ ਬੰਦ ਹੈ, ਪਰ ਕਿਤੇ ਨਾ ਕਿਤੇ ਜਿਹੜੀ ਆਵਾਜਾਈ ਹੈ ਉਹ ਜਾਰੀ ਹੈ। ਇੱਥੇ ਪੰਜਾਬ ਪੁਲਿਸ ਵੱਲੋਂ ਤੈਨਾਤ ਕੀਤੇ ਹੋਏ ਜਿਹੜੇ ਵਲੰਟੀਅਰਸ ਨੇ ਉਹ ਆਪਣੀ ਨਿਸ਼ਕਾਮ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ। ਭਾਵੇਂ ਕਿ ਪੁਲਿਸ ਮੁਲਾਜ਼ਮ ਇੱਥੇ ਕੋਈ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ। ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜੋ ਆਪਣੀ ਸੇਵਾ ਨਿਭਾ ਰਹੇ ਇਹਨਾਂ ਦੇ ਮਨ 'ਚ ਕਿਵੇਂ ਦੀ ਭਾਵਨਾ ਹੈ ਔਰ ਕੀ ਲੈ ਕੇ ਜਿਹੜਾ ਕੜਕਦੀ ਧੁੱਪ ਵਿੱਚ ਵੀ ਨਾਕਿਆਂ ਦੇ ਉੱਤੇ ਤੈਨਾਤ ਨੇ। ਕੀ ਨਾਂ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਵਿਕਰਮਜੀਤ ਸਿੰਘ। ਇਹ ਤੁਸੀਂ ਵਲੰਟੀਅਰ ਦੀ ਸੇਵਾ ਨਿਭਾ ਰਹੇ ਹੋ, ਇਹ ਕਿਸ ਐਕਟ ਦੇ ਤਹਿਤ ਤੁਸੀਂ ਇੱਥੇ ਕੰਮ ਕਰ ਰਹੇ ਹੋ? सर पंजाब सरकार ने एक बहुत वधिया उपराला किया भी कोई भी नौजवान सेवा कर सकता है। तो सानू बहुत प्राउड फील होता कि असीं अपने पंजाब लिए अपने देश लिए सेवा कर रहे हैं। तो इसलिए सर असीं फार्म फिल किए वलंटीयर ते असीं सेवा कर रहे हैं। सानू बहुत अपने आप ते माण महसूस हो रहा। ਇਹ ਵਲੰਟੀਅਰਸ ਜਿਹੜੇ ਤੁਸੀਂ ਫਾਰਮ ਫਿਲ ਕੀਤੇ ਸੀ ਇਹ ਕਿਸੇ ਐਪ ਦੇ ਥਰੂ ਕੀਤੇ ਸੀ ਜਾਂ ਤੁਹਾਨੂੰ ਕੋਈ ਰਿਟਨ ਦੇ ਵਿੱਚ ਲਿਖਤੀ ਤੌਰ ਤੇ ਮਿਲਿਆ ਸੀ ਰਾਹੀਂ ਪੁਲਿਸ ਮੁਲਾਜ਼ਮ ਜਾਂ ਪੁਲਿਸ ਸਟੇਸ਼ਨ ਜਾਂ ਕਿਸੇ ਹੋਰ ਮਹਿਕਮੇ ਦੇ ਥਰੂ? नहीं सर ये ना ऑनलाइन फार्म ही ऑनलाइन फार्म फिल किए ही। तो सानू थाने वालों अपना जो थाना आपां नूं पैंदा उत्थों सानू कॉल आई ही कि तुहाडे फार्म फिल हो गया तो तुसीं आण के ज्वाइन कर सकते जी। ਤੁਹਾਨੂੰ ਜੋ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇਹਦਾ ਕੋਈ ਮਿਹਨਤਨਾਮਾ ਵੀ ਮਿਲਦਾ ਇਹਦੇ ਵਿੱਚ ਸ਼ਾਮ ਨੂੰ ਜਾਂ ਮੰਥਲੀ ਕੋਈ ਇਸ ਤਰ੍ਹਾਂ ਦਾ ਭਰੋਸਾ ਜਾਂ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹੈ ਤੁਹਾਡੇ ਕੋਲ? नहीं सर कुछ नहीं मतलब हैगा क्योंकि सेवा ਲਈ ਉਹਨਾਂ ਲਿਖਿਆ ਸੀ ਵੀ ਸੇਵਾ ਹੀ ਆ, ਨਾ ਕੁਝ ਦੇਣਾ ਨਾ ਕੁਝ ਲੈਣਾ। ਤੇ ਸੇਵਾ ਜਿਹੜਾ ਕਰ ਸਕਦਾ ਉਹ ਸੇਵਾ ਕਰ ਲੇ ਸਰ। ਨਾ मतलब ਕੁਝ ਮੰਥਲੀ ਨਾ ਡੇਲੀ ਕੁਝ ਨਹੀਂ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਕਰੋਨਾ ਵਾਇਰਸ ਮਹਾਮਾਰੀ ਜਿਹੜੀ ਆ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਆ ਔਰ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹ ਵੀ ਕਾਫੀ ਵੱਡੀ ਗਿਣਤੀ ਜਿਹੜੇ ਇਨਫੈਕਟਡ ਪਾਏ ਜਾ ਰਹੇ ਆ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਰੱਬ ਨਾ ਕਰੇ ਜੇ ਕੋਈ ਇਸ ਤਰ੍ਹਾਂ ਦੀ ਇੱਥੇ ਕੋਈ ਹਵਾ ਚੱਲ ਜਾਂਦੀ ਆ ਤੁਸੀਂ ਵੀ ਉਹਦੀ ਲਪੇਟ 'ਚ ਆ ਸਕਦੇ ਹੋ? ਕੀ ਸੋਚਿਆ ਕਿ ਕੋਈ ਇੰਸ਼ੋਰੈਂਸ ਤੁਹਾਡੀ ਹੋਈ ਆ ਪੁਲਿਸ ਵੱਲੋਂ, ਕੋਈ ਇਹੋ ਜਿਹਾ ਭਰੋਸਾ ਦਵਾਇਆ ਗਿਆ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਉਹ ਕਰਨਗੇ? ਸਰ ਭਰੋਸਾ ਤਾਂ ਦਵਾਇਆ ਨਹੀਂ, ਕੁਛ ਨਹੀਂ मतलब ਇੰਸ਼ੋਰੈਂਸ ਨਹੀਂ ਹੋਈ। ਪਰ ਫਿਰ ਵੀ ਅਸੀਂ ਸੋਚਦੇ ਹਾਂ ਵੀ ਵੈਸੇ ਵੀ ਅਸੀਂ ਘਰਾਂ 'ਚ ਬੈਠ ਬਵਾਂਗੇ ਤੇ ਜੇ ਜਿਹੜੀ ਮਹਾਮਾਰੀ ਚੱਲਣ ਦੀ ਹੈ ਜਿੱਥੇ ਸਾਡੇ ਸਾਰੇ ਸੇਵਾ ਕਰ ਰਹੇ ਨੇ, ਡਾਕਟਰ ਸੇਵਾ ਕਰ ਰਹੇ ਨੇ, ਪੁਲਿਸ ਅਧਿਕਾਰੀ ਸੇਵਾ ਕਰ ਰਹੇ ਨੇ, ਸਭ मतलब ਆਪੋ ਆਪਣੀ ਸੇਵਾ ਕਰ ਰਹੇ ਨੇ। ਤੇ ਸਾਨੂੰ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਅਸੀਂ ਵੀ ਇਸ ਸੇਵਾ ਵਿੱਚ ਹਿੱਸਾ ਪਾਈਏ ਤੇ ਸਾਰੇ ਰਲ ਮਿਲ ਕੇ ਇਸ ਮਹਾਮਾਰੀ ਨੂੰ ਦੇਸ਼ 'ਚੋਂ ਭਜਾਈਏ। ਨਹੀਂ, ਤੁਹਾਨੂੰ ਪਤਾ ਕਿ ਇੱਕ ਡਾਕਟਰ ਜਿਹੜਾ ਉਹਦੀ ਕੋਈ ਲੱਖ ਦੇ ਕਰੀਬ ਤਨਖਾਹ ਹੈ, ਕਿਸੇ ਦੀ 50,000 ਹੈ, ਪੁਲਿਸ ਮੁਲਾਜ਼ਮ ਹੈ ਉਹ ਵੀ ਲੱਖ ਦੇ ਕਰੀਬ ਤਨਖਾਹਾਂ ਲੈ ਰਹੇ ਨੇ, ਤੇ ਤੁਸੀਂ ਫ੍ਰੀ ਸੇਵਾ ਕਿਉਂ ਕਰ ਰਹੇ ਹੋ? ਕੀ ਸੋਚ ਕੇ ਲੱਗੇ? ਸਰ ਸਾਨੂੰ ਨਾ मतलब ਇੱਕ ਤਾਂ ਸ਼ੌਂਕ ਸੀਗਾ ਵੀ ਚਲੋ ਲੋਕਾਂ ਦੀ ਸੇਵਾ ਕਰੀਏ, ਤਾਂ ਕਰਕੇ ਚਲੋ ਸਰਕਾਰ ਨੇ ਵੀ ਇੱਕ ਵਧੀਆ ਉਪਰਾਲਾ ਪੇਸ਼ ਕੀਤਾ ਵੀ ਸੇਵਾ ਕਰ ਸਕਦੇ ਅਸੀਂ ਸਰ, ਤਾਂ ਸੇਵਾ ਕਰਨ ਦੇ ਹਾਂ। ਹੁਣ ਤੁਸੀਂ ਇੱਥੇ ਕੰਮ ਕਰ ਰਹੇ ਹੋ, ਰੱਬ ਨਾ ਕਰੇ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਕੁਝ ਵੀ ਜਿਹੜਾ ਵਾਪਰ ਸਕਦਾ ਉਹ ਵਾਪਰਨ ਨਾਲ ਤੁਸੀਂ ਆਪਣੇ ਘਰ ਜਾਂਦੇ ਹੋ, ਸੇਵਾ ਕਰਨ ਦੀ ਬਜਾਏ ਨਾਲ ਬਿਮਾਰੀ ਘਰ ਲੈ ਜਾਂਦੇ ਹੋ। ਕਦੀ ਇਸ ਬਾਰੇ ਥੋੜ੍ਹਾ ਵੀ ਸੋਚਿਆ ਕਿ ਬਿਨਾਂ ਪੈਸੇ ਲੈਣ ਦੇਣ ਤੋਂ, ਬਿਨਾਂ ਇੰਸ਼ੋਰੈਂਸ ਤੋਂ ਇੱਥੇ ਅਸੀਂ ਕੰਮ ਕਰਦੇ ਪਏ ਹਾਂ, ਸਾਡਾ ਨੁਕਸਾਨ ਵੀ ਹੋ ਸਕਦਾ? ਨਹੀਂ ਸਰ ਇਸ ਚੀਜ਼ ਬਾਰੇ ਨਹੀਂ ਕੁਛ ਸੋਚਿਆ ਕਿਉਂਕਿ ਅਸੀਂ ਇੱਕੋ ਚੀਜ਼ ਘਰੋਂ ਸੋਚ ਕੇ ਆਈ ਦੀ ਆ ਵੀ ਜਿਹੜੇ ਹੁਣ ਆਉਂਦੇ ਆ ਜਾਂਦੇ ਉਹਨਾਂ ਨੂੰ ਐਡਵਾਈਸ ਦੇਈ ਦੀ ਆ ਵੀ ਫੇਸ ਕਵਰ ਕਰੋ ਤੇ ਘੱਟ ਘਰਾਂ 'ਚੋਂ ਨਿਕਲੋ। ਉਹਨਾਂ ਨਾਲ ਆਪ ਨੂੰ ਵੀ ਲੱਗਦਾ ਵੀ ਚਲੋ ਅਸੀਂ ਕੁਛ ਨਾ ਕੁਛ ਆਪਣੇ ਦੇਸ਼ ਲਈ, ਆਪਣੇ मतलब ਸਮਾਜ ਲਈ ਕੁਛ ਕਰ ਰਹੇ ਹਾਂ। ਉਹਦੇ 'ਤੇ ਸਾਰਾ ਸਾਨੂੰ ਇੰਨਾ ਫੀਲ ਹੁੰਦਾ ਵੀ ਚਲੋ ਅਸੀਂ ਕੁਛ ਵਧੀਆ ਕਰ ਰਹੇ ਹਾਂ, ਕੰਮ ਕਰ ਰਹੇ ਹਾਂ। ਸਰਕਾਰ ਦਾ ਕੋਈ ਨੋਟੀਫਿਕੇਸ਼ਨ ਹੈਗਾ ਜਾਂ ਤੁਹਾਨੂੰ ਕੋਈ ਲਿਖਤੀ ਤੌਰ ਤੇ ਭਰੋਸਾ ਦਵਾਇਆ ਕਿ ਗਾਂ ਆਉਣ ਵਾਲੇ ਸਮੇਂ ਤੁਹਾਨੂੰ ਤੁਹਾਡੀ ਇਹ ਸੇਵਾ ਵੇਖ ਕੇ ਜਿਹੜੀ ਹੈ ਨੌਕਰੀ ਦਿੱਤੀ ਜਾ ਸਕਦੀ ਹੈ ਪੁਲਿਸ ਦੀ? ਨਹੀਂ ਸਰ ਹਾਲੇ ਤੱਕ ਤਾਂ ਕੁਛ ਨਹੀਂ ਹੈਗਾ। ਹਾਲੇ ਤੱਕ ਤਾਂ ਜਿੰਨੇ ਚਿਰ ਲੋਕਡਾਊਨ ਆ ਉਹਨੇ ਚਿਰ ਤਾਂ ਸੇਵਾ ਚੱਲਣ ਦੀ ਆ। ਬਾਕੀ ਅੱਗੇ ਪਤਾ ਨਹੀਂ ਅੱਗੇ ਕੀ ਕਰਨਗੇ। ਇਹ ਮੈਨੂੰ ਦੁਬਾਰਾ ਫਿਰ ਉਹ ਗੱਲ ਕਰਨੀ ਪੈਂਦੀ ਆ ਕਿ ਰੱਬ ਨਾ ਕਰੇ ਕੋਈ ਅਜਿਹੀ ਬਿਮਾਰੀ ਜਿਹੜੀ ਆ ਉਹ ਸਾਡੇ 'ਚ ਆਵੇ। ਜੇ ਹੋ ਜਾਂਦਾ ਆ ਤੇ ਕਿਹਨੂੰ ਦੋਸ਼ ਦਿਓਗੇ? ਕਿ ਪਰਿਵਾਰ ਨੂੰ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਭਰੋਸਾ ਦਿੱਤਾ ਗਿਆ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਏਗੀ? ਨਹੀਂ ਸਰ ਭਰੋਸਾ ਤਾਂ ਕੋਈ ਨਹੀਂ ਦਿੱਤਾ ਗਿਆ ਵੀ ਜਾਂ ਪਰਿਵਾਰ ਨੂੰ ਜਾਂ ਸਾਨੂੰ ਹਾਲੇ ਤੱਕ ਕੁਛ ਵੀ ਇੱਦਾਂ ਦਾ ਹੋਇਆ ਨਹੀਂ। ਕਿਉਂਕਿ ਸਰ 3 ਮਹੀਨੇ ਹੋ ਗਏ ਸਾਨੂੰ मतलब ਆ ਕਰਦਿਆਂ ਨੂੰ, ਤੇ ਹਾਲੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ।
ਸਾਡੇ ਨਾਲ ਇੱਥੇ ਹੋਰ ਵੀ ਵਲੰਟੀਅਰਸ ਜਿਹੜੇ ਜੁੜ ਚੁੱਕੇ ਨੇ, ਉਹਨਾਂ ਕੋਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਜਿਹੜਾ ਇਹ ਚੁਣਿਆ ਸੇਵਾ ਕਰਨ ਦਾ ਮੌਕਾ ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰਾਪਤ ਹੋਇਆ, ਉਹ ਕਿਸ ਚੀਜ਼ ਨੂੰ ਲੈ ਕੇ ਜਿਹੜਾ ਇੱਥੇ ਕੰਮ ਕਰਦੇ ਪਏ ਨੇ। ਕੀ ਬ੍ਰਦਰ, ਕੀ ਨਾਂ ਤੁਹਾਡਾ? ਸਰ ਮੇਰਾ ਨਾਮ ਹਰਮਨ ਸਿੰਘ ਹੈ। ਅਸੀਂ ਤੁਹਾਡੇ ਸਾਥੀਆਂ ਨਾਲ ਗੱਲਬਾਤ ਕੀਤੀ ਆ ਕਿ ਪੁਲਿਸ ਨੇ ਜਿਹੜਾ ਤੁਹਾਨੂੰ ਇੱਥੇ ਅਪਾਇੰਟ ਕੀਤਾ ਹੋਇਆ, ਜੁਆਇਨ ਤੁਸੀਂ ਕੀਤਾ ਉਹਨਾਂ ਦੇ ਥਰੂ, ਕਿ ਅਸੀਂ ਇੱਥੇ ਜਿਹੜੀ ਆਪਣੀ ਸੇਵਾ ਕਰ ਰਹੇ ਹਾਂ। ਸੇਵਾ ਦੇ ਇਵਜ਼ 'ਚ ਕੋਈ ਤੁਹਾਨੂੰ ਤਨਖਾਹ ਮਿਲ ਰਹੀ ਆ, ਕੋਈ ਸਹੂਲਤ ਫੈਸਿਲਿਟੀ ਤੁਹਾਡੇ ਕੋਲ ਹੈਗੀ ਆ ਜਿਹੜੀ ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਸਕੋ ਕਰੋਨਾ ਮਹਾਮਾਰੀ ਦੇ ਚੱਲਦੇ? ਸਰ ਅਜੇ ਤੇ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਸਰ। ਅਜੇ ਤੇ ਅਸੀਂ ਸੇਵਾ ਹੀ ਕਰ ਰਹੇ ਹਾਂ, ਸਿਰਫ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰ। ਅਸੀਂ ਸਵੇਰੇ 8 ਵਜੇ ਤੋਂ 8 ਵਜੇ ਤੱਕ ਡਿਊਟੀ ਕਰ ਰਹੇ ਹਾਂ ਸਰ। ਅਤੇ ਸਰ ਅਜੇ ਰੋਟੀ ਪਾਣੀ ਵੀ ਸਰ ਆਪਣਾ ਹੀ ਘਰੋਂ ਹੀ ਖਾ ਕੇ ਆਉਂਦੇ ਹਾਂ, ਅਤੇ ਆਪਣਾ ਤੇਲ ਖਰਚਾ ਵੀ ਸਰ ਸਾਡਾ ਆਪਣਾ ਹੀ ਹੈ। ਤੁਹਾਨੂੰ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਕਿ ਤੁਹਾਡੀ ਇਹ ਸੇਵਾ ਨੂੰ ਵੇਖ ਕੇ ਜਿਹੜੀ ਤੁਹਾਨੂੰ ਗਾਂ ਪੰਜਾਬ ਪੁਲਿਸ ਦੀ ਜਿਹੜੀ ਨੌਕਰੀ ਹੈ ਉਹ ਮਿਲ ਸਕਦੀ ਹੈ? ਸਰ ਅਜੇ ਇੱਦਾਂ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ, ਅਜੇ ਕੋਈ ਵੀ ਇੱਦਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਕਿ ਸਾਨੂੰ ਮਤਲਬ ਭਰਤੀ ਕੀਤਾ ਜਾਏਗਾ ਜਾਂ ਕੁਛ ਇੱਦਾਂ ਦਾ ਕੁਛ ਵੀ ਸਰ। ਅਜੇ ਸਿਰਫ ਅਸੀਂ ਸੇਵਾ ਹੀ ਕਰ ਰਹੇ ਹਾਂ। ਇੱਕ ਪੁਲਿਸ ਮੁਲਾਜ਼ਮ ਆ, ਉਹ ਵੀ ਆਪਣੀ ਜਿਹੜੀ ਡਿਊਟੀ ਦੀ ਆ, ਜੋ ਡਿਊਟੀ ਪੂਰੀ ਕਰਦਾ ਉਹਦੀ ਤਨਖਾਹ ਲੈਂਦਾ ਸਰਕਾਰ ਕੋਲੋਂ। ਉਹ ਕੋਈ ਵੀ SHO ਲਾ ਲਓ, DSP ਲਾ ਲਓ, ਜਾਂ ਸਿਪਾਹੀ ਲਾ ਲਓ ਇੱਕ, ਜਾਂ ਉਹ ASI ਲਾ ਲਓ। ਤੁਸੀਂ ਕਿਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਮਹਿੰਗਾਈ ਦੇ ਜ਼ਮਾਨੇ 'ਚ ਫ੍ਰੀ ਸੇਵਾ ਨੂੰ ਰਸਤਾ ਚੁਣਿਆ? ਸਰ ਇਹ ਜਦੋਂ ਫਾਰਮ ਆਇਆ ਸੀ ਉੱਥੇ ਐਜ਼ ਅ ਵਲੰਟੀਅਰ ਆਇਆ ਸੀ, ਉਹਦੇ 'ਤੇ ਲਿਖਿਆ ਸੀ ਕਿ ਇਹ ਸੇਵਾ ਕਰਨ ਵਾਸਤੇ ਹੈ ਸਰ। ਅਤੇ ਸਰ ਉਹਦੇ ਵਿੱਚ ਫਾਰਮ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਸੀ ਲਿਖਿਆ ਗਿਆ ਸੀ ਕਿ ਤਨਖਾਹ ਦਿੱਤੀ ਜਾਏਗੀ ਜਾਂ ਤੁਹਾਨੂੰ ਕੁਛ ਭਰਤੀ ਜਾਂ ਕੁਛ ਵੀ ਕੀਤਾ ਜਾਏਗਾ। ਸਿਰਫ ਸਰ ਉੱਤੇ ਇਹੋ ਹੀ ਲਿਖਿਆ ਸੀ ਕਿ ਸੇਵਾ ਕਰਨੀ ਹੈ। ਸਰ ਅਸੀਂ ਇਸੇ ਕਰਕੇ ਆਏ ਸੀ ਕਿ ਅਸੀਂ ਸੇਵਾ ਕਰ ਸਕੀਏ। ਜੇ ਰੱਬ ਨਾ ਕਰੇ ਜੋ ਇਹ ਮਹਾਂਮਾਰੀ ਫੈਲੀ ਹੋਈ ਆ, ਇਹਦੀ ਲਪੇਟ 'ਚ ਕੋਈ ਵਲੰਟੀਅਰ ਆ ਜਾਂਦਾ ਆ, ਉਹ ਸ਼ਾਮ ਨੂੰ ਆਪਣੇ ਘਰ ਜਾਂਦਾ ਹੈ, ਜਿਹੜਾ ਸਾਰਾ ਪਰਿਵਾਰ ਉਹਦੀ ਜਕੜ 'ਚ ਆ ਜਾਏਗਾ, ਕਿ ਫਿਰ ਵੀ ਜੇ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਮਾਹੌਲ ਬਣਦਾ ਆ, ਪੁਲਿਸ ਨੇ ਜਾਂ ਕਿਸੇ ਹੋਰ ਮਹਿਕਮੇ ਨੇ ਜਾਂ ਸਰਕਾਰ ਨੇ ਤੁਹਾਨੂੰ ਕੋਈ ਭਰੋਸਾ ਦਿੱਤਾ ਕਿ ਤੁਹਾਡੀ ਜਾਨ ਮਾਲ ਦੀ ਜਿਹੜੀ ਰਾਖੀ ਕੀਤੀ ਜਾਵੇਗੀ, ਤੁਹਾਡੇ ਪਰਿਵਾਰ ਦੀ ਵੀ? ਸਰ ਇੱਦਾਂ ਦਾ ਕੁਛ ਨਹੀਂ ਅਜੇ ਸਾਨੂੰ ਭਰੋਸਾ ਦਿੱਤਾ ਗਿਆ। ਬਾਕੀ ਸਰ ਅਸੀਂ ਇੱਕ ਦੂਜੇ ਨੂੰ ਵੀ ਅਸੀਂ ਅਵੇਅਰ ਕਰਦੇ ਰਹਿੰਦੇ ਹਾਂ, ਸੋਸ਼ਲ ਡਿਸਟੈਂਸ ਬਣਾ ਕੇ ਰੱਖੀਦਾ ਆ, ਅਤੇ ਇੱਕ ਦੂਜੇ ਨੂੰ ਆਪਣੀ ਟੇਕ ਕੇਅਰ ਕਰਨ ਵਾਸਤੇ ਕਹੀਦਾ ਸਰ, ਸਾਰਿਆਂ ਨੂੰ ਜਾਗਰੂਕ ਕਰੀਦਾ ਆ। ਅਤੇ ਸਰ ਇੱਦਾਂ ਦਾ ਸਾਨੂੰ ਅਜੇ ਕੁਛ ਨਹੀਂ ਪੁਲਿਸ ਵੱਲੋਂ ਕਿਹਾ ਗਿਆ। ਇੰਸ਼ੋਰੈਂਸ ਹੋਈ ਹੈ ਤੁਹਾਡੀ? ਨਹੀਂ ਸਰ ਅਜੇ ਨਹੀਂ ਹੋਈ। ਤੁਹਾਡੇ ਪਰਿਵਾਰ? ਨਹੀਂ ਸਰ ਪਰਿਵਾਰ ਦੀ ਨਹੀਂ ਹੋਈ। ਕੀ ਤੁਸੀਂ ਮੰਗ ਕਰਦੇ ਹੋ ਕਿ ਜੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤੁਹਾਨੂੰ ਵੀ ਉਹ ਜਿਹੜੀਆਂ ਫੈਸਿਲਿਟੀਆਂ ਨੇ ਬਰਾਬਰ ਮਿਲਣੀਆਂ ਚਾਹੀਦੀਆਂ? ਸਰ ਅਸੀਂ ਤਾਂ ਇਹੋ ਮੰਗ ਕਰਦੇ ਵੀ ਅਸੀਂ ਸੇਵਾ ਕੀਤੀ ਹੈ ਅਤੇ ਸੇਵਾ ਦੇ ਬਦਲੇ ਕੁਛ ਨਾ ਕੁਛ ਇਹਨਾਂ ਨੂੰ ਸਾਨੂੰ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ। ਇੱਕ ਤੁਹਾਡੇ ਤੇ ਹੋਰ ਦੋਸ਼ ਲੱਗਦਾ ਕਿ ਤੁਸੀਂ ਜਿਹੜੀ ਪੁਲਿਸ ਦੀ ਇੱਥੇ ਨਾਲ ਡਿਊਟੀ ਕਰਦੇ ਹੋ, ਅਤੇ ਜੋ ਪੁਲਿਸ ਇੱਥੇ ਰਿਸ਼ਵਤਖੋਰੀ ਕਰਦੀ ਆ, ਜਿਹੜੇ ਵਾਹਨ ਰੋਕੇ ਜਾਂਦੇ ਆ ਜਾਂ ਮਾਸਕ ਦੇ ਚਲਾਨ ਕੀਤੇ ਜਾਂਦੇ, ਉਹਨਾਂ ਕੋਲ ਪੈਸੇ ਲਏ ਜਾਂਦੇ ਨੇ ਰਿਸ਼ਵਤ ਦੇ ਰੂਪ 'ਚ, ਉਹ ਤੁਹਾਡੇ ਥਰੂ ਲੈ ਜਾਂਦੇ ਆ, ਪੁਲਿਸ ਆਪ ਸਾਫ਼ ਹੀ ਇੱਕ ਸਾਈਡ 'ਤੇ ਖੜੀ ਰਹੀ? ਨਹੀਂ ਸਰ ਇਹ ਬਿਲਕੁਲ ਝੂਠ ਹੈ ਸਰ। ਇਹ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਸਰ। ਅਸੀਂ ਖੁਦ ਇੱਥੇ ਅਪੁਆਇੰਟ ਹੋਏ ਹਾਂ ਸਰ। ਅਸੀਂ ਆਪ ਵੀ ਸਰ, ਪਹਿਲੀ ਗੱਲ ਤਾਂ ਸਰ ਜਿਨ੍ਹਾਂ ਨੇ ਮਾਸਕ ਨਹੀਂ ਲਾਏ ਹੁੰਦੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ। ਖੁਦ ਆਪਣੇ ਕੋਲੋਂ ਅਸੀਂ ਮਾਸਕ ਦਿੰਦੇ ਹਾਂ ਉਹਨਾਂ ਨੂੰ, ਅਤੇ ਸਰ ਉਹਨਾਂ ਨੂੰ ਕਿਹਾ ਜਾਂਦਾ ਕਿ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤੇ ਹੀ ਬਾਹਰ ਨਿਕਲੋ, ਅਦਰਵਾਈਜ਼ ਤੁਸੀਂ ਬਾਹਰ ਨਾ ਨਿਕਲੋ। ਸਰ ਰਿਸ਼ਵਤ ਵਾਲਾ ਸਰ ਇਸ ਕੰਮ ਸਰ ਅਸੀਂ ਹੋਇਆ ਨਹੀਂ ਸਰ ਇੱਦਾਂ। ਪੁਲਿਸ ਤੁਹਾਨੂੰ ਕੋਈ ਖਰਚਾ ਪਾਣੀ ਸ਼ਾਮ ਨੂੰ ਦਿੰਦੀ ਹੈ ਜਦੋਂ ਤੁਸੀਂ ਘਰ ਵਾਪਸ ਜਾਂਦੇ ਹੋ ਸਾਰਾ ਦਿਨ ਇੱਥੇ ਡਿਊਟੀ ਕਰਕੇ? ਨਹੀਂ ਸਰ ਇੱਦਾਂ ਦਾ ਨਹੀਂ ਕੁਛ ਵੀ, ਕੋਈ ਖਰਚਾ ਨਹੀਂ ਦਿੰਦੇ ਸਰ। ਅਸੀਂ ਆਪਣੀ ਨਿਸ਼ਕਾਮ ਸੇਵਾ ਕਰਕੇ ਅਤੇ ਸਰ ਆਪਣੀ ਡਿਊਟੀ ਭੁਗਤਾ ਕੇ ਸਰ ਘਰ ਜਾਈਦਾ। ਤੁਸੀਂ ਇੱਕ ਗੱਲ ਜਾਣਦੇ ਹੋ ਇੱਥੇ ਡਿਊਟੀ ਕਰ ਰਹੇ ਹੋ ਕਿ ਇਸ ਤਰ੍ਹਾਂ ਦਾ ਕੋਈ ਵੀ ਐਕਟ ਨਹੀਂ ਹੈਗਾ ਕਿ ਇੱਕ ਆਮ ਵਲੰਟੀਅਰ ਜਿਹੜਾ ਆ ਉਹ ਰਾਹ ਜਾਂਦੇ ਰਾਹਗੀਰ ਨੂੰ ਰੋਕ ਨਹੀਂ ਸਕਦਾ? ਸਰ ਅਸੀਂ ਰੋਕ ਨਹੀਂ ਰਹੇ ਸਰ। ਅਸੀਂ ਸਿਰਫ ਉਹਨਾਂ ਨੂੰ ਅਵੇਅਰ ਕਰਦੇ ਪਏ ਹਾਂ ਕਿ ਜੇ ਤੁਹਾਨੂੰ ਕੋਈ ਕੰਮ ਹੈਗਾ ਤਾਂ ਹੀ ਬਾਹਰ ਨਿਕਲੋ, ਅਦਰਵਾਈਜ਼ ਤੁਸੀਂ ਉੱਦਾਂ ਨਾ ਬਾਹਰ ਨਿਕਲੋ। ਸਰ ਅਸੀਂ ਕਿਸੇ ਨੂੰ ਰੋਕ ਕੇ ਉਹਦੇ ਉੱਤੇ ਜ਼ੋਰ ਜ਼ਬਰਦਸਤੀ ਨਹੀਂ ਕਰ ਰਹੇ ਕਿ ਤੁਸੀਂ ਆਪਣੇ ਚਲਾਨ ਕਰਾਓ, ਤੁਸੀਂ ਇਹ ਕਰਾਓ। ਸਿਰਫ ਉਹਨੂੰ ਸਰ ਅਸੀਂ ਅਵੇਅਰ ਕਰ ਰਹੇ ਹਾਂ ਕਿ ਆਪਣੇ ਹੱਥ ਪੈਰ ਧੋ ਕੇ ਰੱਖੋ ਸਰ, ਮੂੰਹ ਬੰਨ੍ਹ ਕੇ ਰੱਖੋ, ਬਾਜ਼ਾਰ ਆਉਣਾ ਤੇ ਜ਼ਰੂਰੀ ਕੰਮ ਲਈ ਆਉਣਾ, ਅਦਰਵਾਈਜ਼ ਨਹੀਂ ਆਉਣਾ। ਤੁਹਾਡੀਆਂ ਨਹੀਂ, ਚਲੋ ਤੁਹਾਡੇ ਫਿਰ ਜਿਹੜੇ ਵਲੰਟੀਅਰ ਸਾਥੀ ਨੇ ਉਹਨਾਂ ਦੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀਆਂ ਨਾਕੇ ਦੇ ਉੱਤੇ ਕਿ ਉਹ ਲੋਕਾਂ ਕੋਲੋਂ ਬੈਠਕਾਂ ਵੀ ਕਢਵਾ ਰਹੇ ਨੇ, ਉਹਨਾਂ ਕੋਲ ਕਾਗਜ਼ ਵੀ ਮੰਗ ਰਹੇ ਨੇ। ਇੱਥੇ ਅਜਨਾਲੇ ਦੀਆਂ ਇੱਕ ਦੋ ਘਟਨਾਵਾਂ ਕਿ ਕੋਈ ਪੁਲਿਸ ਵਾਲੇ ਅਫਸਰ ਜਿਹੜੇ ਸਿਵਲ ਵਰਦੀ ਜਾ ਰਹੇ ਉਹਨਾਂ ਕੋਈ ਕਾਗਜ਼ ਮੰਗੇ ਗਏ ਗੱਡੀ ਦੇ। ਤੁਸੀਂ ਜਾਣਦੇ ਨਹੀਂ, ਤੁਸੀਂ ਵੀ ਕਿਤੇ ਨਾ ਕਿਤੇ ਗਲਤ ਕੰਮ ਕਰ ਰਹੇ ਹੋ, ਗੁੰਮਰਾਹ ਹੋ ਕੇ ਕਿਸੇ ਨਾ ਕਿਸੇ ਦੇ। ਸਰ ਇੱਕ ਜਾਣੇ ਦੀ ਗਲਤੀ ਦੇ ਕਰਕੇ ਅਸੀਂ ਸਾਰਿਆਂ ਨੂੰ ਦੋਸ਼ ਨਹੀਂ ਦੇ ਸਕਦੇ ਸਰ। ਸਰ ਇਹ ਹੈ ਕਿ ਕੁਝ ਕਰਦੇ ਹੋਣਗੇ ਸਰ, ਇਹ ਸਾਡੇ ਸਰ ਅਸੀਂ ਤਾਂ ਨਹੀਂ ਕਰਦੇ ਸਰ। ਅਸੀਂ ਜੇ ਕੋਈ ਕਿਸੇ ਵੀ ਸਿਵਲ ਮੁਲਾਜ਼ਮ ਨੂੰ ਰੋਕਿਆ ਤੇ ਇਹ ਸਿਰਫ ਉਹ ਗਲਤੀ ਦੇ ਨਾਲ ਰੋਕਿਆ ਗਿਆ ਹੈਗਾ ਕਿਸੇ ਕੋਲ, ਪਰ ਸਰ ਜਦੋਂ ਉਹ ਦੱਸ ਦਿੰਦੇ ਕਿ ਅਸੀਂ ਮੁਲਾਜ਼ਮਾਂ ਦੀ ਡਿਊਟੀ ਤੋਂ ਆ ਰਹੇ ਫਿਰ ਸਰ ਅਸੀਂ ਸਿਰਫ ਅਸੀਂ ਸਰ ਕਿਸੇ ਨੂੰ ਇਹ ਰੋਕ ਕੇ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਕਾਗਜ਼ ਦਿਖਾਓ ਜਾਂ ਕੁਛ ਦਿਖਾਓ। ਸਿਰਫ ਅਸੀਂ ਇਹੋ ਕਰਦੇ ਹਾਂ ਵੀ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਆਓ, ਨਹੀਂ ਤਾਂ ਅਦਰਵਾਈਜ਼ ਨਾ ਆਓ। ਕਰੋਨਾ ਮਹਾਮਾਰੀ ਚੱਲਦੀ ਪਈ ਹੈ, ਸਭ ਕੁਝ ਹੋ ਜਾਣਾ, ਤੁਸੀਂ ਸੇਵਾ ਵੀ ਕਰ ਲੈਣੀ ਆ, ਪੰਜਾਬ ਦੀ ਸੇਵਾ ਕਰਨੀ, ਆਪਣੇ ਲੋਕਾਂ ਦੀ ਕਰਨੀ ਆ, ਦੇਸ਼ ਦੀ ਕਰਨੀ ਆ, ਫਿਰ ਵੀ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ।
ਕਿਤੇ ਤੁਸੀਂ ਆਪਣੇ ਮਨ 'ਚ ਤੇ ਆਪਣੇ ਤੁਹਾਡੇ ਪਰਿਵਾਰ ਦੇ ਮਨ 'ਚ ਨਹੀਂ ਹੈਗਾ ਕਿ ਤੁਹਾਨੂੰ ਗੁੰਮਰਾਹ ਕਰਕੇ ਜਿਹੜਾ ਤੁਹਾਡਾ ਵਾ ਵਕਤੀ ਤੌਰ ਤੇ ਫਾਇਦਾ ਲਿਆ ਗਿਆ ਆ ਤੇ ਤੁਹਾਨੂੰ ਇਹਦਾ ਮਤਲਬ ਕਿ ਨੁਕਸਾਨ ਵੀ ਇੱਕ ਹਿਸਾਬ ਦਾ ਪਹੁੰਚਣਾ ਆ ਜਦੋਂ ਤੁਸੀਂ ਲੰਮਾ ਸਮਾਂ ਇੱਥੇ 3-4 ਮਹੀਨੇ 5 ਮਹੀਨੇ ਤੈਨਾਤ ਰਹੋਗੇ। ਰੁਜ਼ਗਾਰ ਦਾ ਵੀ ਨੁਕਸਾਨ ਹੋਣਾ ਕਿ ਤੁਹਾਡਾ ਜਿਹੜਾ ਰੁਜ਼ਗਾਰ ਕੋਈ ਨਹੀਂ ਹੋਣਾ, ਘਰ ਕੋਈ ਤੁਸੀਂ ਪੈਸਾ ਲੈ ਕੇ ਨਹੀਂ ਜਾਣਾ, ਉਲਟਾ ਘਰੋਂ ਲੈ ਕੇ ਆਉਣੇ ਆ। ਇਹਦੇ ਬਾਰੇ ਦੋਸ਼ ਕਿਹਨੂੰ ਦਿਓਗੇ ਬਾਅਦ ਵਿੱਚ? ਸਰ ਇਹ ਦੋਸ਼ ਤੇ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ ਸਰ। ਅਸੀਂ ਫਿਲਹਾਲ ਹਾਲ ਹੀ ਪੜ੍ਹਾਈ ਕਰਕੇ ਸਰ ਅਸੀਂ ਘਰੇ ਵੀ ਬੇਰੁਜ਼ਗਾਰ ਹੀ ਸੀ ਤੇ ਸਰ ਅਸੀਂ ਸੋਚਿਆ ਕਿ ਚਲੋ ਦੇਸ਼ ਦੀ ਸੇਵਾ ਕੀਤੀ ਜਾਏ। ਬਾਕੀ ਸਰ ਸਰਕਾਰ ਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਸਾਨੂੰ ਵੀ ਮਤਲਬ ਇਸ ਸੇਵਾ ਦਾ ਮੌਕਾ ਦਿੱਤਾ ਜਾਏ ਸਰ। ਦੋਸਤੋ ਤੁਸੀਂ ਇਹ ਸੁਣਿਆ, ਦੇਖ ਵੀ ਰਹੇ ਹੋ ਕਿ ਵਲੰਟੀਅਰ ਜਿਹੜੇ ਉਹ ਆਪਣੀ ਡਿਊਟੀ ਬੇਸ਼ੱਕ ਉਹ ਸੇਵਾ ਭਾਵ ਨਾਲ ਬਖੂਬੀ ਨਿਭਾ ਰਹੇ ਨੇ। ਐਕਟ ਦੀ ਉਹਨਾਂ ਕਿਹਾ ਕਿ ਸਾਨੂੰ ਸਮਝ ਕੋਈ ਨਹੀਂ ਹੈ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਪਾਵਰ ਹੈ ਆ ਕਿ ਅਸੀਂ ਜਿਹੜਾ ਆਮ ਰਾਹਗੀਰਾਂ ਨੂੰ ਰੋਕ ਕੇ ਉਹਨਾਂ ਕੋਲ ਕਾਗਜ਼ ਚੈੱਕ ਕਰ ਸਕੀਏ ਜਾਂ ਕਿਸ ਤਰ੍ਹਾਂ। ਤੁਸੀਂ ਦੇਖਿਆ ਕਿ ਪੁਲਿਸ ਮੁਲਾਜ਼ਮ ਜਿਹੜੇ ਉਹ ਇੱਥੇ ਨਾਕੇ ਤੇ ਮੌਜੂਦ ਨਹੀਂ ਗਏ, ਵਲੰਟੀਅਰਾਂ ਦੇ ਸਹਾਰੇ ਤੇ ਜਿਹੜਾ ਆ ਸਾਰਾ ਕੰਮ ਚੱਲਦਾ ਪਿਆ। ਔਰ ਵਲੰਟੀਅਰ ਜਿਹੜੇ ਉਹਨਾਂ ਨੂੰ ਵੀ ਕਾਨੂੰਨ ਦੀ ਪੂਰੀ ਸਮਝ ਨਹੀਂ ਹੈ ਕਿ ਅਸੀਂ ਕਿਸ ਐਕਟ ਦੇ ਤਹਿਤ ਜਿਹੜਾ ਆ ਇਹ ਕੰਮ ਕਰਦੇ ਪਏ ਆ। ਅਗਰ ਜੇ ਕੋਈ ਇਸ ਤਰ੍ਹਾਂ ਦੀ ਆਫਤ ਉਹਨਾਂ ਦੇ ਸਿਰ ਤੇ ਆਣ ਪੈਂਦੀ ਆ, ਕਰੋਨਾ ਮਹਾਂਮਾਰੀ ਦੀ ਲੈ ਲਈਏ ਜਾਂ ਕੋਈ ਹੋਰ, ਰੱਬ ਨਾ ਕਰੇ ਕਿ ਜਦੋਂ ਵਾਹਨਾਂ ਦੇ ਨਾਲ ਇਹਨਾਂ ਦੀ ਖਹਿਬਾਜ਼ੀ ਹੁੰਦੀ ਆ, ਵਾਹਨਾਂ ਨੂੰ ਰੋਕਣ ਦੇ ਵਿੱਚ ਕੋਈ ਐਕਸੀਡੈਂਟ ਦੀ ਵੀ ਹੋ ਸਕਦਾ, ਉਹਨਾਂ ਦੀ ਲਪੇਟ 'ਚ ਵੀ ਆ ਸਕਦੇ ਆ। ਔਰ ਇਹਨਾਂ ਕੋਲ ਅਜਿਹਾ ਕੋਈ ਵੀ ਜਵਾਬ ਨਹੀਂ ਹੈਗਾ ਕਿ ਪੁਲਿਸ ਜਿਹੜੀ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਸਕਦੀ ਆ ਜਾਂ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਕੋਈ ਉਹਨਾਂ ਨੇ ਕੋਈ ਪੁਖਤਾ ਪ੍ਰਬੰਧ ਕੀਤੇ ਨੇ। ਸੋ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਤੁਹਾਨੂੰ ਹੁਣ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਲੰਟੀਅਰ ਜਿਹੜੇ ਨੇ ਕਿਸ ਐਕਟ ਦੇ ਤਹਿਤ ਉਹਨਾਂ ਤੈਨਾਤ ਕੀਤੇ ਨੇ ਤੇ ਇਹਨਾਂ ਦੇ ਸੁਰੱਖਿਆ ਪ੍ਰਬੰਧ ਕੀ ਨੇ। ਸੋ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਨਾਕਿਆਂ ਤੇ ਤੈਨਾਤ ਜਿਹੜੇ ਵਲੰਟੀਅਰਸ ਨੇ ਉਹ ਬੇਸ਼ੱਕ ਨਿਸ਼ਕਾਮ ਸੇਵਾ ਕਰ ਰਹੇ ਆ, ਪਰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਕੀ ਹਦਾਇਤਾਂ, ਕੀ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਂ ਲਿਖਤੀ ਤੌਰ ਤੇ ਆਰਡਰ ਜਾਰੀ ਕੀਤੇ ਗਏ ਨੇ ਕਿ ਜਿਹੜੇ ਲੋਕ ਨੇ ਇਹ ਜਿਹੜੀ ਨਾਕਿਆਂ ਦੇ ਉੱਤੇ ਖਲੋ ਕੇ ਸੇਵਾ ਨਿਭਾ ਸਕਦੇ ਨੇ ਜਾਂ ਆਉਣ ਜਾਣ ਵਾਲੇ ਰਾਹਗੀਰਾਂ ਦੇ ਜਿਹੜੇ ਡਾਕੂਮੈਂਟ ਨੇ ਵਹੀਕਲਾਂ ਦੇ ਉਹ ਚੈੱਕ ਕਰ ਸਕਦੇ ਨੇ ਜਾਂ ਕੋਈ ਫਾਈਨ ਵਗੈਰਾ ਪਾ ਸਕਦੇ ਨੇ। ਉਸ ਸੰਬੰਧਿਤ ਅਸੀਂ ਜਾਣਨ ਲਈ ਪਹੁੰਚੇ ਹਾਂ SHO ਅਜਨਾਲਾ ਇੰਸਪੈਕਟਰ ਸਤੀਸ਼ ਕੁਮਾਰ ਜੀ ਕੋਲੋਂ। ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸਲ 'ਚ ਵਲੰਟੀਅਰਸ ਕਿੰਨਾ ਦਾ ਕਰਕੇ ਜਿਹੜੇ ਤੈਨਾਤ ਕੀਤੇ ਗਏ ਨੇ। ਸਰ ਥੋੜ੍ਹਾ ਸਾਨੂੰ ਸਮਝਾਓ ਕਿ ਜਿਹੜੇ ਵਲੰਟੀਅਰਸ ਇਸ ਵੇਲੇ ਨਾਕਿਆਂ 'ਤੇ ਤੈਨਾਤ ਨੇ, ਇਹ ਪੁਲਿਸ ਨੇ ਕੋਈ ਲਿਖਤੀ ਤੌਰ ਤੇ ਇਹਨਾਂ ਨੂੰ ਬੁਲਾਇਆ ਜਾਂ ਕੋਈ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਜਿਹੜਾ ਨਾਕਿਆਂ ਦੇ ਉੱਤੇ ਸੇਵਾ ਨਿਭਾ ਸਕਦੇ ਜਾਂ ਆਪਣੀ ਡਿਊਟੀ ਦੇ ਸਕਦੇ? ਜਿਹੜਾ ਕੋਈ ਨੋਟੀਫਿਕੇਸ਼ਨ ਜਾਂ ਕੋਈ ਪੰਜਾਬ ਸਰਕਾਰ ਜਾਂ ਉੱਚ ਅਫਸਰਾਂ ਨੂੰ ਨਹੀਂ ਸੀ ਆਇਆ। ਜੋ ਅਫਸਰ ਨੇ ਹਦਾਇਤਾਂ ਮੁਤਾਬਕ ਬਸ ਇਹੋ ਹੀ ਕਿ ਜਿਹੜੇ ਵਲੰਟੀਅਰ ਆ ਉਹ ਆਪਣੇ ਪਿੰਡ ਦੀ ਨਿਸ਼ਕਾਮ ਸੇਵਾ ਕਰ ਸਕਣ, ਆਪਣੇ ਪਰਿਵਾਰ ਦੀ, ਆਪਣੇ ਦੇਸ਼ ਦੀ ਜਿਹੜੀ ਆ ਸੁਰੱਖਿਆ ਵਿੱਚ ਹਿੱਸਾ ਪਾਉਣ। ਜਿਵੇਂ ਹੁਣ ਨਾਕਿਆਂ 'ਤੇ ਵੇਖਿਆ ਜਾਂਦਾ ਕਿ ਇਹ ਜਿਹੜੇ ਹੈਗੇ ਨੇ ਵਲੰਟੀਅਰਸ ਨੇ ਇਹ ਬਿਨਾਂ ਕਿਸੇ ਅਧਿਕਾਰ ਦੇ, ਬਿਨਾਂ ਕਿਸੇ ਐਕਟ ਦੇ ਰਾਹਗੀਰਾਂ ਨੂੰ ਰੋਕਦੇ ਨੇ, ਉਹਨਾਂ ਕੋਲ ਬੈਠਕਾਂ ਵੀ ਕਢਾਉਂਦੇ ਨੇ, ਉਹਨਾਂ ਨੂੰ ਜੋ ਪੁਲਿਸ ਦੀ ਪਾਵਰ ਹੁੰਦੀ ਆ ਉਹ ਇਹ ਵਰਤਦੇ ਨਜ਼ਰ ਆਉਂਦੇ ਨੇ। ਕੀ ਇਸ ਤਰ੍ਹਾਂ ਦੀ ਕੋਈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਤੁਹਾਨੂੰ ਹਦਾਇਤ ਜਾਰੀ ਹੋਈ ਹੈ ਕਿ ਜਿਹੜੇ ਲੋਕ ਆ ਇਹ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਸਕਦੇ? ਬਿਲਕੁਲ ਨਹੀਂ। ਅਸੀਂ ਤਾਂ ਆਪਣੇ ਜਿਹੜੇ ਮੇਰੇ ਖੁਦ ਮੁਲਾਜ਼ਮ ਨੇ ਅਫਸਰਾਂ ਵੱਲੋਂ ਕੋਈ ਇਹੋ ਜਿਹੀ ਹਦਾਇਤ ਨਹੀਂ ਹੋਈ, ਨਾ ਹੀ ਕਿਸੇ ਨਾਲ ਵਧੀਕੀ ਕਰਦੇ ਨੇ। ਜਿਹੜੇ ਮੁਲਾਜ਼ਮ ਨੇ ਸਾਡੇ ਪੰਜਾਬ ਪੁਲਿਸ ਦੇ ਜਾਂ ਹੋਰ ਹੀ ਜਿਹੜੀ ਫੋਰਸ ਸਾਡੇ ਕੋਲ ਆਈ ਆ, ਉਹਨੂੰ ਪਹਿਲਾਂ ਹੀ ਗਿਣਤੀ ਦੇ ਟਾਈਮ 'ਤੇ ਜਾਂ ਇਕੱਠਾ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਵੀ ਕੋਈ ਇਹੋ ਜਿਹਾ ਕੰਮ ਨਾ ਕੋਈ ਉਹ ਕਾਨੂੰਨ ਦੇ ਵਿਰੁੱਧ ਹੋਵੇ, ਤਾਂ ਪਬਲਿਕ ਨੂੰ ਸੇਵਾ ਭਾਵਨਾ ਨਾਲ ਹੀ ਉਹਦੀ ਡਿਊਟੀ ਲਈ ਜਾਏ। ਨਾ ਹੀ ਇਹਨਾਂ ਸਿਰਫ ਜੇ ਕੋਈ ਨਾਕੇ 'ਤੇ ਆਪਣੇ ਖੁਸ਼ੀ ਖੁਦ ਜੇ ਵਲੰਟੀਅਰ ਆਣ ਕੇ ਕੋਈ ਕੰਮ ਕਰਦਾ ਅਤੇ ਉਹ ਅਸੀਂ ਇਹੋ ਜਿਹੀ ਕੋਈ ਇਹਨਾਂ ਨੂੰ ਨਹੀਂ ਇੰਸਟਰਕਸ਼ਨਾਂ ਜਾਂ ਕੁਛ ਨਹੀਂ ਕਿਹਾ ਵੀ ਤੁਸੀਂ ਕਿਸੇ ਨਾਲ ਵਧੀਕੀ ਕਰੋ, ਨਾ ਹੀ ਕਰਦੇ, ਨਾ ਕਿਸੇ ਨੂੰ ਕਰਨ ਦਿੰਦੇ। ਸਰ ਜਿਵੇਂ ਕਿ ਇਹ ਪਾਇਆ ਜਾ ਰਿਹਾ ਕਿ ਪੁਲਿਸ ਜਿਹੜੇ ਮੁਲਾਜ਼ਮ ਉਹ ਵੀ ਇਨਫੈਕਟਡ ਪਾਏ ਗਏ ਨੇ ਕੁਝ ਏਰੀਆ ਦੇ ਵਿੱਚ। ਅਜਨਾਲਾ ਦੇ ਵਿੱਚ ਜਿਹੜੇ ਆਮ ਸਿਵਲੀਅਨ ਲੋਕ ਨੇ ਉਹ ਵੀ ਇਨਫੈਕਟਡ ਪਾਏ ਗਏ ਨੇ ਅਤੇ ਕਰੋਨਾ ਜਿਹੜਾ ਜ਼ੋਰ ਫੜਦਾ ਨਜ਼ਰ ਆ ਰਿਹਾ। ਰੱਬ ਨਾ ਕਰੇ ਜੇ ਇਹਨਾਂ ਵਲੰਟੀਅਰ ਨਾਲ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਮਹਾਂਮਾਰੀ ਨੂੰ ਲੈ ਕੇ ਜਾਂ ਕਿਤੇ ਐਕਸੀਡੈਂਟ ਦਾ ਇਹ ਕਾਰਨ ਬਣ ਜਾਂਦੇ ਆ, ਇਹਨਾਂ ਦੀ ਨੁਕਸਾਨ ਦੀ ਕੌਣ ਭਰਪਾਈ ਕਰੇਗਾ ਜਾਂ ਇਹਨਾਂ ਦੇ ਪਰਿਵਾਰ ਦੀ ਮਗਰੋਂ ਕੌਣ ਬਾਂਹ ਫੜੇਗਾ? ਅਸੀਂ ਇਹਨਾਂ ਨੂੰ ਕਿਸੇ ਨੂੰ ਵੀ ਜ਼ਬਰਦਸਤੀ ਕਿਸੇ ਨੂੰ ਵੀ ਆਪਾਂ ਨਾ ਪੰਜਾਬ ਸਰਕਾਰ ਨੇ ਜਾਂ ਉੱਚ ਅਫਸਰਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਲੈਂਦਾ। ਕਈ ਜਿਹੜੇ ਖੁਦ ਅਬ ਸੇਵਾ ਕਰਨਾ ਚਾਹੁੰਦੇ ਕਿਉਂਕਿ ਕਾਲਜ ਸਕੂਲ ਬੰਦ ਨੇ ਅਤੇ ਜਦੋਂ ਵੀ ਉਹ ਫਰੀ ਨੇ ਉਹ ਆਣ ਕੇ ਸਿਰਫ ਜੋ 2-4 ਘੰਟੇ ਫਰੀ ਸੇਵਾ ਕਰਦੇ ਨੇ। ਅਤੇ ਜਿਸ ਤਰ੍ਹਾਂ ਕੋਈ ਜਿਨ੍ਹਾਂ ਨੇ NCC ਪਾਸ ਹੋਣ ਜਾਂ ਹੋਰ ਘਰ ਕੰਮ ਨਹੀਂ ਹੁੰਦਾ ਫਰੀ ਹੋ ਕੇ ਇੱਥੇ ਆਉਂਦੇ ਨੇ 2-4 ਘੰਟੇ ਉਹਨਾਂ ਦੀ ਆਪਾਂ ਪੂਰੀਆਂ ਇੰਸਟਰਕਸ਼ਨਾਂ ਦੇ ਕੇ ਵੀ ਐਕਸੀਡੈਂਟ ਤੋਂ ਸਭ ਕੁਝ ਬਚਾ ਬਚੂਗਾ, ਆਪਣੀ ਸੇਫਟੀ ਪਹਿਲਾਂ, ਬਾਕੀ ਕੰਮ ਬਾਹਰ। ਅਤੇ ਜੇ ਕੋਈ ਕਰੋਨਾ ਦੇ ਸੰਬੰਧਿਤ ਵਿੱਚ ਪੂਰੀ ਆਪਾਂ ਗਾਇਬ ਇਹਨਾਂ ਦਾ ਡਾਕਟਰੀ ਇਲਾਜ ਵੀ ਕਰਾਉਂਦੇ ਰਹਿੰਦੇ ਹਾਂ ਆਪਣੇ ਮੁਲਾਜ਼ਮਾਂ ਦਾ। ਇਹਨਾਂ ਦੀ ਸੇਫਟੀ ਵੱਲ ਉਹਨਾਂ ਨੂੰ ਹਦਾਇਤਾਂ ਕੀਤੀਆਂ ਵੀ ਇਹਨਾਂ ਦਾ ਖਿਆਲ ਰੱਖੋ। ਜੇਕਰ ਕੋਈ ਇਹੋ ਜਿਹਾ ਪਾਇਆ ਵੀ ਜਾਂਦਾ ਤਾਂ ਉਦੋਂ
ਤੁਰੰਤ ਉਹਦਾ ਇਲਾਜ ਕਰਾਉਂਦੇ ਹਾਂ। ਮੇਰਾ ਲਾਸਟ ਸਵਾਲ ਹੈ ਕਿ ਕੁਝ ਲੋਕਾਂ ਦਾ ਇਹ ਦੋਸ਼ ਹੈ ਬਾਜ਼ਾਰ ਦੇ ਵਿੱਚ ਕਿ ਜਿਹੜੇ ਅਣਜਾਣ ਲੋਕ ਕਈ ਵਾਰੀ ਬਾਜ਼ਾਰ ਹੁੰਦੇ ਨੇ, ਮਾਸਕ ਨਹੀਂ ਪਹਿਨਿਆ ਹੁੰਦਾ ਜਾਂ ਡਾਕੂਮੈਂਟ ਨਹੀਂ ਵਹੀਕਲ ਦੇ ਪੂਰੇ ਹੁੰਦੇ, ਉਹਨਾਂ ਕੋਲ ਜਿਹੜੇ ਵਲੰਟੀਅਰਸ ਨੇ ਉਹ ਰਿਸ਼ਵਤ ਦੇ ਰੂਪ 'ਚ ਪੈਸੇ ਵੀ ਲੈ ਲੈਂਦੇ ਨੇ। ਉਹਦੇ ਵਿੱਚ ਉਹ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਪੁਲਿਸ ਨੂੰ ਇਸ ਗੱਲ ਦਾ ਦੋਸ਼ੀ ਮੰਨਦੇ ਨੇ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਨਾ, ਅਜੇ ਤੱਕ ਮੈਂ ਲਗਭਗ ਮੈਂ ਚੱਕਰ ਜਾਂਦਾ 1-2 ਬਾਜ਼ਾਰਾਂ ਦੇ ਵਿੱਚ ਆਪਣੇ ਤੌਰ 'ਤੇ ਖੁਦ ਵੀ ਮਾਰਦਾ, ਨਾਕਿਆਂ 'ਤੇ ਖਲੋ ਕੇ 10 ਮਿੰਟ ਚੈੱਕ ਵੀ ਕਰਦਾ। ਅਜੇ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਪਬਲਿਕ ਵੱਲੋਂ ਕੋਈ ਕਿਸੇ ਵਲੰਟੀਅਰ ਨੇ ਜਾਂ ਮੇਰੇ ਮੁਲਾਜ਼ਮ ਕੋਈ ਪੈਸਾ ਲਿਆ ਹੋਵੇ, ਪਰ ਅਜੇ ਤੱਕ ਕੋਈ ਨਾ ਸ਼ਿਕਾਇਤ ਆਈ ਹੈ ਅਤੇ ਨਾ ਅੱਗੇ ਤੋਂ ਆਉਣ ਦੇਵਾਂ। ਜੇ ਆਈ ਵੀ ਹੋਈ ਤਾਂ ਆਪਾਂ ਸਖਤੀ ਨਾਲ ਉਹਦੇ ਖਿਲਾਫ ਕਾਰਵਾਈ ਕਰਾਂਗੇ। ਇਹ ਵਲੰਟੀਅਰਸ ਹੁਣ ਨਾਕਿਆਂ 'ਤੇ ਤੈਨਾਤ ਰਹਿਣਗੇ ਜਾਂ ਇਹ ਆਪਣਾ ਕੰਮ ਕਰ ਸਕਦੇ? ਇਹ ਜਦੋਂ ਮਰਜ਼ੀ ਆ ਕੇ ਆਪਣੀ ਸੇਵਾ, ਇਹ ਸਿਰਫ ਪੁਲਿਸ ਦੇ ਕੰਮ ਨੂੰ ਸਿੱਖਣਾ ਚਾਹੁੰਦੇ, ਗਾਂ ਹੀ ਕਿਸੇ ਕੰਮ ਗਾਂ ਜਾ ਕੇ ਸਾਡੇ ਕੰਮ ਆਊਗਾ। ਪੁਲਿਸ ਦਾ ਸਰਟੀਫਿਕੇਟ ਮਿਲ ਜੂਗਾ, ਗਾਂ ਫੌਜ ਦੀ ਭਰਤੀ ਜਾਂ ਸਾਡੇ ਮਹਿਕਮੇ ਦੀ ਭਰਤੀ ਆਊ, ਉਹਦੇ ਵਿੱਚ ਸਾਨੂੰ ਪਤਾ ਡਿਸਪਲਿਨ ਦਾ ਪਤਾ, ਇਸ ਲਈ ਇਹ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਆਉਂਦੇ ਨੇ ਅਤੇ ਫਿਰ ਆਪਣੇ ਆਪ ਹੀ ਆਪਣੇ ਘਰਾਂ ਨੂੰ ਸੇਫਟੀ ਨਾਲ ਚਲੇ ਜਾਂਦੇ। ਸੋ ਦੋਸਤੋ, ਇਹ ਸਨ SHO ਨਾਲ ਇੰਸਪੈਕਟਰ ਸਤੀਸ਼ ਕੁਮਾਰ ਜੀ, ਜਿਨ੍ਹਾਂ ਦੱਸਿਆ ਕਿ ਵਲੰਟੀਅਰ ਜਿਹੜੇ ਨੇ ਉਹ ਆਪਣੀ ਸੇਵਾ ਭਾਵਨਾ ਨਾਲ ਨਾਕਿਆਂ ਦੇ ਉੱਤੇ ਤੈਨਾਤ ਨੇ। ਪੰਜਾਬ ਪੁਲਿਸ ਜਾਂ ਸਰਕਾਰ ਵੱਲੋਂ ਕੋਈ ਵੀ ਅਜਿਹਾ ਨੋਟੀਫਿਕੇਸ਼ਨ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਲਾਰਾ ਲਾਇਆ ਜਾ ਸਕੇ ਕਿ ਇਹਨਾਂ ਨੂੰ ਪੁਲਿਸ ਵਿੱਚ ਭਰਤੀ ਕੀਤਾ ਜਾ ਸਕਦਾ ਹੈ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਅਸੀਂ ਤੁਹਾਨੂੰ ਹੋਰ ਨਵੀਂ ਜਿਹੜੀ ਅਪਡੇਟ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸੋ ਇਸ ਵੇਲੇ ਕੈਮਰਾਮੈਨ ਕਰਨ ਦੇ ਨਾਲ ਰੋਜ਼ਾਨਾ ਸਪੋਕਸਮੈਨ TV ਲਈ ਗੁਰਿੰਦਰ ਸਿੰਘ ਬਾਠ, ਅਜਨਾਲਾ।